ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਵਾਲੀਏ ਕੁਲ ਆਲਮ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸ਼ਬਦ ਗੁਰੂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਮੁਬਾਰਕ ਖੁਸ਼ੀਆਂ ਭਰੀ ਗੋਦ ਵਿੱਚ ਸੱਜ ਬੈਠੇ ਸਤ ਸੰਗੀ ਜਨੋ, ਸਤਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ। ਸਤ ਸੰਗਤ ਦੀਆਂ ਇਹ ਘੜੀਆਂ ਤਰਸ ਕਰਕੇ ਸਾਨੂੰ ਬਖਸ਼ੀਆਂ। ਸਤਿਗੁਰੂ ਜੀ ਕਹਿੰਦੇ ਆ, ਇਹ ਘੜੀਆਂ ਬੜੇ ਭਾਗਾਂ ਦੇ ਨਾਲ ਮਨੁੱਖ ਨੂੰ ਜਿਹੜੀਆਂ ਪ੍ਰਾਪਤ ਹੁੰਦੀਆਂ, ਤੇ ਉਹ ਬੜੇ ਵੱਡੇ ਭਾਗਾਂ ਵਾਲਾ ਵਡਭਾਗੀ ਸਾਧ ਸੰਗ ਪ੍ਰਾਪਤ। ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ, ਆਓ ਇਹ ਜਿੱਥੇ ਬਖਸ਼ਿਸ਼ ਸਾਡੇ ਤੇ ਕੀਤੀ, ਉੱਥੇ ਨਾਲ ਜੋ ਇਤਿਹਾਸ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਸੱਚੇ ਪਿਤਾ ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਦੇ ਇਤਿਹਾਸ ਦੀ ਇੱਕ ਲੜੀ ਵਿਚਾਰ ਨੂੰ, ਇਤਿਹਾਸ ਨੂੰ ਆਰੰਭਣ ਤੋਂ ਪਹਿਲਾਂ ਸਾਹਿਬਾਂ ਦੇ ਚਰਨਾਂ 'ਚ ਸੀਸ ਨਵਾਈਏ। ਪਿਆਰ ਸਤਿਕਾਰ ਅਤੇ ਅਦਬ ਦੇ ਨਾਲ ਦੋਵੇਂ ਹੱਥ ਜੋੜ ਇੱਕੇ ਵਾਰੀ ਕਹਿਣ ਤੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਦੇ ਜੀਵਨ ਦੀ ਵਿਚਾਰ ਜਿਹੜੀ ਹੈ ਉਹ ਬੜੀ ਅਗੰਮੀ ਹੈ। ਇੱਕ ਅੱਜ ਬੜਾ ਕਮਾਲ ਦਾ ਕਿਸੇ ਕਵੀ ਦਾ ਬਚਨ ਪੜ੍ਹਿਆ। ਅਕਸਰ ਤੁਸੀਂ ਉਹਦਾ ਨਾਮ ਸੁਣਿਆ ਵੀ ਹੋਏਗਾ ਤੇ ਬਚਨ ਕਦੀ ਤੁਹਾਡੇ ਕੰਨਾਂ ਵਿੱਚ ਵੀ ਪਿਆ ਹੋਵੇਗਾ। ਜਿਸ ਨੇ ਰਮਾਇਣ ਲਿਖੀ ਉਹਦਾ ਨਾਂ ਸੀ ਤੁਲਸੀਦਾਸ। ਤੇ ਤੁਲਸੀਦਾਸ ਦਾ ਇੱਕ ਬਚਨ ਬੈਠੇ ਬੈਠੇ ਮੇਰੇ ਜ਼ਿਹਨ ਵਿੱਚ ਆ ਰਿਹਾ ਸੀ। ਉਹਨੂੰ ਜਦੋਂ ਵਿਚਾਰਿਆ ਤੇ ਬੜੀ ਕਮਾਲ ਦੀ ਇੱਕ ਗੱਲ ਸਾਹਮਣੇ ਆਈ। ਉਹ ਬਚਨ ਕਿਹੜਾ ਹੈ? ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਾਹੇ ਤਾਂ ਜਨਨੀ ਬਾਂਝ ਰਹਿ, ਕਾਹੇ ਗਵਾਵੈ ਨੂਰ। ਮਾਤ ਨਾਨਕੀ ਦਾ ਪੁੱਤਰ ਗੁਰੂ ਤੇਗ ਬਹਾਦਰ ਪਾਤਸ਼ਾਹ, ਇਹ ਵਾਹਿਗੁਰੂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਜੀ ਜੋਤ, ਸਤਿਗੁਰੂ ਜੀ, ਇਹ ਤਿੰਨੇ ਗੱਲਾਂ ਤੇਰੇ ਉੱਤੇ ਟੁੱਕ ਗਈਆਂ। ਜਨਨੀ ਜਨੈ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ। ਉਸ ਮਾਂ ਨੇ ਜਿਹੜੇ ਪੁੱਤਰ ਨੂੰ ਜਨਮ ਦਿੱਤਾ, ਜਿਸ ਪੁੱਤਰ ਦਾ ਪ੍ਰਕਾਸ਼ ਹੋਇਆ, ਉਹ ਆਪ ਤੇ ਨੂਰ ਦੇ ਨਾਲ ਭਰਿਆ ਹੋਇਆ ਸੀ। ਆਪ ਤਾਂ ਉਹ ਰੱਬੀ ਗਿਆਨ ਦੇ ਨਾਲ ਭਰਿਆ ਹੋਇਆ ਸੀ। ਸੰਸਾਰ ਨੂੰ ਵੀ ਉਹਨੇ ਰੱਬੀ ਗਿਆਨ ਦੇ ਨਾਲ ਭਰਪੂਰ ਕਰ ਦਿੱਤਾ। ਉਹਦੇ ਕੋਲ ਤਿੰਨੇ ਚੀਜ਼ਾਂ ਨੇ। ਉਹਦੇ ਕੋਲ ਭਗਤੀ ਵੀ ਹੈ, ਉਹ ਦਾਤਾ ਵੀ ਹੈ, ਉਹ ਸੂਰਮਾ ਵੀ ਹੈ। ਇਹ ਤਿੰਨੇ ਗੁਣ ਗੁਰੂ ਤੇਗ ਬਹਾਦਰ ਮਹਾਰਾਜ ਦੇ ਅੰਦਰ ਨੇ। ਚਲੋ ਆਪਾਂ ਵਿਚਾਰ ਕਰਨੀ ਹੈ। ਭਾਈ ਮੱਖਣ ਸ਼ਾਹ ਲਵਾਣਾ ਦਿੱਲੀ ਦੀ ਧਰਤੀ ਤੋਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਆਉਂਦਾ। ਇੱਥੋਂ ਹੀ ਗੱਲ ਮੈਂ ਸਾਂਝੀ ਕਰਾਂਗਾ ਟੂਕੂ ਮਾਤਰ। ਸਿਰਫ ਇੱਕ ਬੇਨਤੀ, ਸਤਿਗੁਰੂ ਜੀ ਦੇ ਇਤਿਹਾਸ ਵਿੱਚੋਂ ਹੀ ਜਿਸ ਵੇਲੇ ਗੁਰੂ ਹਰਗੋਬਿੰਦ ਪਾਤਸ਼ਾਹ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਆ, ਉੱਥੇ ਜੰਗ ਹੁੰਦਾ। ਉਹ ਜੰਗ ਹੋਇਆ, ਉਸ ਜੰਗ ਦੇ ਵਿੱਚ ਯੋਧਿਆਂ ਨੇ, ਸੂਰਮਿਆਂ ਨੇ ਆਪਣੀਆਂ ਤਲਵਾਰਾਂ ਦੇ ਜੋਹਰ ਵਿਖਾਏ। ਇੱਥੇ ਮੈਂ ਰੁਕਣ ਲੱਗਾ, ਫਿਰ ਛੋਟੀ ਜਿਹੀ ਬੇਨਤੀ ਕਰਾਂ।
ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੇ ਛੋਟੇ ਪੁੱਤਰ ਗੁਰੂ ਤੇਗ ਬਹਾਦਰ ਪਾਤਸ਼ਾਹ ਸੱਚਾ, ਜਿਹਨੂੰ ਅਸੀਂ ਕਹਿੰਦੇ ਹਾਂ, ਉਹਦਾ ਨਾਮ ਰੱਖਿਆ ਸੀ ਤਿਆਗ ਮੱਲ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਹੀ ਗੁਰੂ ਹਰਗੋਬਿੰਦ ਪਾਤਸ਼ਾਹ ਆਪਣੇ ਪੁੱਤਰ ਦਾ ਅੱਜ ਨਾਮ ਬੜਾ ਕਮਾਲ ਦਾ ਰੱਖਣ ਲੱਗੇ ਆ। ਐਸਾ ਕੀ ਵੇਖਿਆ? ਕਿਉਂਕਿ ਬਚਪਨ ਸੀ, ਬਚਪਨ ਦੇ ਵਿੱਚ ਤਿਆਗ ਵੇਖਿਆ ਤੇ ਨਾਮ ਰੱਖ ਦਿੱਤਾ ਤਿਆਗ ਮੱਲ। ਹੁਣ ਐਸਾ ਸਤਿਗੁਰੂ ਜੀ ਨੇ ਕੀ ਵੇਖਿਆ ਆਪਣੇ ਪੁੱਤਰ ਦੇ ਅੰਦਰ ਕਿ ਵੀ ਸਤਿਗੁਰੂ ਜੀ ਨੇ ਫਿਰ ਉਹਦਾ ਨਾਮ ਬਦਲ ਕੇ ਦੂਜਾ ਨਾਮ ਰੱਖ ਦਿੱਤਾ। ਜਦੋਂ ਜੰਗ ਹੋਈ, ਸ਼ਾਮਾਂ ਪਈਆਂ, ਗੁਰੂ ਘਰ ਦੀ ਇੱਕ ਮਰਿਆਦਾ ਹੈ, ਜਿਨ੍ਹਾਂ ਗੁਰੂ ਦੇ ਲਈ ਕੁਝ ਕੀਤਾ ਹੋਵੇ ਨਾ, ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਹੋਣ, ਜਿਨ੍ਹਾਂ ਨੇ ਗੁਰੂ ਦੇ ਘਰ ਵਿੱਚ ਐਸਾ ਕੋਈ ਕਰਮ ਗੁਰੂ ਦੇ ਰਾਹ ਤੇ ਤੁਰਦਿਆਂ ਕੀਤਾ ਹੋਵੇ ਤੇ ਗੁਰੂ ਕੇ ਘਰ ਉਹਨੂੰ ਸਨਮਾਨ ਦਿੱਤਾ ਜਾਂਦਾ ਹੈ। ਇਉਂ ਕਹਿ ਲਓ ਕਿ ਵੀ ਉਹਨੂੰ ਸਰਪਾਉ ਭੇਟ ਕੀਤਾ ਜਾਂਦਾ। ਅੱਜ ਤਾਂ ਮੈਨੂੰ ਮਾਫ ਕਰਨਾ, ਇੱਕ ਅਲੱਗ ਜਿਹਾ ਆਪਾਂ ਸਿਸਟਮ ਬਣਾ ਲਿਆ, ਜਿਹੜਾ ਆਇਆ ਉਹਦੇ ਗਲ 'ਚ ਹੀ ਪਾ ਦਿੱਤਾ। ਅੱਤ ਦਰਜੇ ਦਾ ਪਾਪੀ ਬੰਦਾ ਵੀ ਆਵੇ ਨਾ, ਨਸ਼ੇੜੀ ਬੰਦਾ, ਭਾਵੇਂ ਕੋਈ ਰਾਜਨੀਤਿਕ ਹੋਵੇ ਤੇ ਭਾਵੇਂ ਕੋਈ ਉਹ ਸੰਸਾਰ ਦੀ ਦੁਨੀਆ ਕਿਸੇ ਦੇ ਨਾਲ ਮਤਲਬ ਰੱਖਣ ਵਾਲਾ ਹੋਵੇ, ਉਹਦੇ ਹੀ ਗਲ 'ਚ ਆਪਾਂ ਸਰੋਪਾ ਪਾ ਕੇ, ਮਾਫ ਕਰਨਾ, ਇੱਕ ਸਰੋਪੇ ਦੀ ਅਹਿਮੀਅਤ ਨੂੰ ਘਟਾ ਕੇ ਰੱਖ ਦਿੱਤਾ। ਹਾਲਾਂਕਿ ਨਾ ਤੇ ਉਹਨੇ ਗੁਰੂ ਲਈ ਕੁਝ ਕੀਤਾ ਹੁੰਦਾ, ਨਾ ਹੀ ਉਹਨੇ ਪੰਥ ਦੇ ਲਈ ਕੁਝ ਕੀਤਾ ਹੁੰਦਾ। ਸਰੋਪਾ ਹਮੇਸ਼ਾ ਗੁਰੂ ਘਰ ਵਿੱਚ ਉਹਨਾਂ ਨੂੰ ਪਾਏ ਜਾਂਦੇ ਸੀ ਜਿਨ੍ਹਾਂ ਨੇ ਗੁਰੂ ਲਈ ਕੁਝ ਕੀਤਾ ਹੋਵੇ ਜਾਂ ਪੰਥ ਸਿੱਖੀ ਦੇ ਲਈ ਕੁਝ ਕੀਤਾ ਹੋਵੇ। ਤੀਜੇ ਬੰਦੇ ਨੂੰ ਸਰੋਪਾ ਨਹੀਂ ਸੀ ਪਾਇਆ ਜਾਂਦਾ। ਅਕਬਰ ਬਾਦਸ਼ਾਹ ਆਉਂਦਾ, ਅਕਬਰ ਬਾਦਸ਼ਾਹ ਦੇ ਗਲ ਵਿੱਚ ਸਰੋਪਾ ਨਹੀਂ ਪਾਇਆ ਸਤਿਗੁਰੂ ਨੇ, ਗੁਰੂ ਅਮਰਦਾਸ ਮਹਾਰਾਜ ਜੀ ਨੇ। ਕਿਉਂ? ਕਿਉਂਕਿ ਅਹਿਮੀਅਤ ਸੀ। ਅੱਜ ਅਸੀਂ ਅਹਿਮੀਅਤ ਘਟਾ ਦਿੱਤੀ। ਸਰੋ ਵਿਚਾਰ, ਗੁਰੂ ਹਰਗੋਬਿੰਦ ਪਾਤਸ਼ਾਹ ਕਰਤਾਰਪੁਰ ਸਾਹਿਬ ਦੀ ਕਰਤਾਰਪੁਰ ਸਾਹਿਬ ਦੀ ਧਰਤੀ ਦੀ ਜੰਗ ਹੋਈ, ਸ਼ਾਮਾਂ ਪਈਆਂ। ਜਿਹੜੇ ਸੂਰਮੇ ਤਲਵਾਰਾਂ ਹੱਥਾਂ ਵਿੱਚ ਫੜ ਕੇ ਗੁਰੂ ਦੇ ਲਈ ਲੜੇ ਨਾ, ਉਹਨਾਂ ਸਭ ਨੂੰ ਸਤਿਗੁਰੂ ਜੀ ਨੇ ਸਨਮਾਨ ਦਿੱਤਾ, ਸਭ ਨੂੰ ਬੜਾ ਪਿਆਰ ਕੀਤਾ, ਸਭ ਨੂੰ ਆਪਣਾ ਪਿਆਰ ਵੰਡਣ ਵਾਲਾ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਆਪਣੇ ਪੁੱਤਰ ਤਿਆਗ ਮੱਲ ਨੂੰ ਸੱਦ ਕੇ ਇੱਕ ਗੱਲ ਕਹਿੰਦਾ, ਪੁੱਤ ਵੇ ਤੂੰ ਵੀ ਮੇਰੇ ਕੋਲ ਆ। ਆਏ, ਪਿਤਾ ਜੀ ਹੁਕਮ ਕਰੋ। ਕਹਿਣ ਲੱਗੇ, ਪੁੱਤ ਉਹ ਸਮਾਂ ਸੀ ਜਦੋਂ ਤੇਰੇ ਤਿਆਗ ਨੂੰ ਵੇਖ ਕੇ ਮੈਂ ਤੇਰਾ ਤਿਆਗ ਮੱਲ ਨਾਮ ਰੱਖਿਆ ਸੀ। ਅੱਜ ਜੰਗ ਦੇ ਮੈਦਾਨ ਦੇ ਵਿੱਚ ਇਹਨਾਂ ਅੱਖਾਂ ਨੇ ਤੈਨੂੰ ਤਲਵਾਰ ਵਾਹੁੰਦਿਆਂ ਵੇਖਿਆ, ਇਹਨਾਂ ਦੇ ਨਾਲ ਲੜਦਿਆਂ ਵੇਖਿਆ। ਮੇਰਾ ਜੀ ਕਰਦਾ ਤੇਰਾ ਨਾਮ ਤਿਆਗ ਮੱਲ ਤੋਂ ਤੇਗ ਬਹਾਦਰ ਰੱਖਦਿਆਂ। ਕਿਉਂ? ਤੂੰ ਤੇਗ ਚਲਾਉਂਦਾ ਬੜੀ ਸੋਹਣੀ ਹੈ, ਬੜੀ ਵਧੀਆ ਮੈਨੂੰ ਤੇਗ ਚਲਾਉਂਦਿਆਂ ਤੂੰ ਮੈਨੂੰ ਲੱਗਾ। ਇਸ ਕਰਕੇ ਅੱਜ ਤੋਂ ਤੇਰਾ ਨਾਮ ਤਿਆਗ ਮੱਲ ਨਹੀਂ, ਤੇਗ ਬਹਾਦਰ ਹੋਏਗਾ। ਨਾਮ ਪ੍ਰਚਲਿਤ ਹੋ ਗਿਆ। ਇੱਕ ਮੈਂ ਬੇਨਤੀ ਹੋਰ ਕਰਾਂ, ਚਲੋ ਕਈ ਗੱਲਾਂ ਲੱਗਦੀਆਂ ਕੌੜੀਆਂ ਨੇ ਪਰ ਸੱਚੀਆਂ ਹੁੰਦੀਆਂ ਨੇ। ਦਵਾਈ ਹੁੰਦੀ ਤਾਂ ਕੌੜੀ ਹੈ ਪਰ ਮਾਫ ਕਰਨਾ ਖਾਣੀ ਤੇ ਪੈਂਦੀ ਹੈ। ਇਲਾਜ ਤਾਂ ਹੀ ਹੋਏਗਾ, ਦਵਾਈ ਤਾਂ ਖਾਣੀ ਪਏਗੀ। ਹੁਣ ਬੱਚਾ ਥੋੜ੍ਹਾ ਮਿੱਠੀਆਂ ਗੋਲੀਆਂ ਦੇਗਾ ਕੋਈ ਤੈਨੂੰ। ਇਸ ਕਰਕੇ ਸਤਿਗੁਰੂ ਜੀ ਦੇ ਇਤਿਹਾਸ ਨੂੰ ਕਿਸ ਤਰ੍ਹਾਂ ਆਪਾਂ ਪੇਸ਼, ਕਿਸ ਤਰ੍ਹਾਂ ਦੀ ਰੰਗਤ ਦਿੱਤੀ। ਜੇ ਕਿਤੇ ਗੁਰਬਾਣੀ ਦੀ ਰੰਗਤ ਦੇ ਵਿੱਚੋਂ ਰੰਗ ਦੇ ਕੇ ਇਤਿਹਾਸ ਸੁਣਾਇਆ ਜਾਂਦਾ ਨਾ, ਤੇ ਮੈਂ ਕਹਿੰਦਾ ਅੱਜ ਇਤਿਹਾਸ ਦਾ ਰੂਪ ਪੱਖ ਹੀ ਵੱਖਰਾ ਹੋਣਾ ਸੀ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਤਸਵੀਰ ਵੀ ਉਹੀ ਘੜ ਕੇ ਅਸੀਂ ਵਿਖਾਈ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਵਿਖਾਈ। ਗੁਰੂ ਨਾਨਕ ਪਾਤਸ਼ਾਹ ਨੇ ਹਲ ਵਾਹਿਆ, ਕਿਸੇ ਨੇ ਤਸਵੀਰ ਨਹੀਂ ਵਿਖਾਈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਖੇਤਾਂ ਵਿੱਚ ਕੰਮ ਕੀਤਾ, ਨਹੀਂ ਕਿਸੇ ਤਸਵੀਰ ਵਿਖਾਈ। ਉਹੀ ਮਾਲਾ ਪਾਈਆਂ, ਸਾਡੇ ਘਰਾਂ ਵਿੱਚ ਫੋਟੋਆਂ ਟੰਗੀਆਂ, ਆਪਾਂ ਵੀ ਮੱਥੇ ਟੇਕੇ, ਰੱਜ ਰੱਜ ਮੱਥੇ ਟੇਕੇ।
ਸਾਨੂੰ ਸਮਝ ਹੀ ਨਹੀਂ ਆਈ ਗੁਰੂ ਮੂਰਤਾਂ ਵਿੱਚ ਥੋੜ੍ਹਾ ਵਸਦਾ, ਗੁਰੂ ਤਾਂ ਸ਼ਬਦ ਵਿੱਚ ਵਸਦਾ। ਉਹੀ ਕੰਮ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਨਾਲ ਕੀਤਾ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਤੇਗ ਵਾਹੁੰਦਿਆਂ ਜੰਗ ਦੇ ਜ਼ੋਰ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਨਾਮ ਰੱਖ ਦਿੱਤਾ, ਤੇ ਆਪਾਂ ਉਸੇ ਦੇ ਨਾਮ ਨੂੰ ਅੱਜ ਉਹ ਜਦੋਂ ਅਰਥ ਕਰਨ ਦੇ ਆਉਂਦੇ ਆ ਤੇ ਮਾਫ ਕਰਨਾ ਕਿਤੇ ਨਾ ਕਿਤੇ ਖਾਮੋਸ਼ ਹੋ ਜਾਂਦੇ ਆ। ਪਹਿਲੀ ਗੱਲ, ਬਹੁਤਿਆਂ ਨੇ ਇਹ ਗੱਲ ਸੁਣਾਈ ਹੀ ਨਹੀਂ ਅੱਜ ਤੱਕ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜੰਗ ਦੇ ਮੈਦਾਨ ਵਿੱਚ ਜੰਗ ਵੀ ਲੜਿਆ ਹੋਇਆ। ਮਾਤ ਗੁਜਰ ਕੌਰ ਜੀ ਦੇ ਨਾਲ ਉਹਨਾਂ ਦਾ ਆਨੰਦ ਕਾਰਜ ਹੋਇਆ। ਆਪਣੇ ਪਤੀ ਨੂੰ ਉਹਨਾਂ ਨੇ ਵੀ ਜੰਗ ਦੇ ਮੈਦਾਨ ਵਿੱਚ ਲੜਦਿਆਂ ਹੋਇਆ ਵੇਖਿਆ। ਉਹਨਾਂ ਦੀਆਂ ਅੱਖਾਂ ਨੇ ਇਸ ਨਜ਼ਾਰੇ ਨੂੰ ਤੱਕਿਆ ਹੋਇਆ। ਸਰੋ ਵਿਚਾਰ ਨਾਮ ਰੱਖਿਆ ਤੇਗ ਬਹਾਦਰ, ਬੜਾ ਪ੍ਰਚਲਿਤ ਹੋਇਆ। ਇੱਥੋਂ ਫਿਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬਕਾਲਾ ਸਾਹਿਬ ਦੀ ਧਰਤੀ ਤੇ ਆ ਗਏ। ਬਕਾਲਾ ਸਾਹਿਬ ਦੀ ਧਰਤੀ ਤੇ ਆਏ, ਨਾਲੇ ਗੁਰਬਾਣੀ ਦਾ ਗਿਆਨ ਵੰਡਣਾ, ਨਾਲੇ ਪ੍ਰਚਾਰ ਕਰਨਾ ਤੇ ਨਾਲੇ ਭਗਤੀ ਕਰਨੀ। ਇਸ ਤਰ੍ਹਾਂ ਸਮਾਂ ਜਿਹੜਾ ਉਹ ਚੱਲਦਾ ਗਿਆ। ਇੱਧਰ ਗੁਰੂ ਹਰਕ੍ਰਿਸ਼ਨ ਮਹਾਰਾਜ, ਮੈਂ ਕੱਲ ਸਾਂਝੀ ਕਰ ਚੁੱਕਾ ਤੁਹਾਡੇ ਨਾਲ, ਫਿਰ ਥੋੜ੍ਹਾ ਜਿਹਾ ਦੁਹਰਾ ਦਿਆਂ। ਗੁਰੂ ਹਰਕ੍ਰਿਸ਼ਨ ਮਹਾਰਾਜ ਸਤਿਗੁਰੂ ਜੀ ਜੋਤੀ ਜੋਤ ਸਮਾਉਂਦੇ ਆ। ਭਾਈ ਮੱਖਣ ਸ਼ਾਹ ਲਵਾਣਾ, ਉਹਨੂੰ ਪਤਾ ਲੱਗਦਾ ਹੈ ਕਿ ਸਤਿਗੁਰੂ ਜੀ ਇਸ਼ਾਰਾ ਕਰਕੇ ਗ੍ਰਾਮ ਬਕਾਲੇ ਤੇ ਬੜੀਆਂ ਮੰਜੀਆਂ। ਇਤਿਹਾਸ ਕਹਿੰਦਾ ਜਿੰਨੇ ਵੀ ਠੱਗ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬੈਠੇ ਸਨ ਮਸੰਦ, ਉਹ ਸਾਰੇ ਉੱਠ ਕੇ ਬਕਾਲਾ ਸਾਹਿਬ ਦੀ ਧਰਤੀ ਤੇ ਆ ਗਏ। ਕਿਉਂਕਿ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਆਖਿਆ ਬਾਬਾ ਬਸੈ ਗ੍ਰਾਮ ਬਕਾਲਾ। ਇੱਕ ਬਾਬਾ ਸ਼ਬਦ ਸੁਣ ਕੇ ਸਾਰਿਆਂ ਨੇ ਆਪਣੀਆਂ ਮੰਜੀਆਂ ਉੱਥੇ ਲੈ ਆਂਦੀਆਂ। ਉਹਨਾਂ ਦੇ ਵਿੱਚੋਂ ਸਭ ਤੋਂ ਮੋਢੀ ਜਿਹੜਾ ਸੀ ਉਹ ਧੀਰਮਲ ਸੀ, ਗੁਰੂ ਦੇ ਪਰਿਵਾਰ ਦੇ ਵਿੱਚੋਂ ਸੀ। ਇਹ ਸਭ ਤੋਂ ਸ੍ਰੇਸ਼ਟ ਮੋਢੀ ਕਿਉਂ ਸੀ? ਕਿਉਂਕਿ ਇਹਦੇ ਕੋਲ ਮਸੰਦ ਵੀ ਜ਼ਿਆਦਾ ਸਨ, ਇਹਦਾ ਨਾਮ ਵੀ ਜ਼ਿਆਦਾ ਸੀ। ਕਿਉਂ? ਦੂਜਾ ਨੰਬਰ ਇਹ ਕਹਾਣੀ, ਇਹਦੇ ਕੋਲ ਉਹ ਮਹਾਰਾਜ ਦਾ ਸਰੂਪ ਸੀ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਲਿਖਵਾਇਆ ਸੀ। ਉਹ ਜਿਹਨੂੰ ਆਪਾਂ ਕਹਿੰਦੇ ਆਦਿ ਬੀੜ, ਉਹ ਇਹ ਸਾਂਭੀ ਬੈਠਾ ਸੀ। ਤਾਂ ਕਰਕੇ ਜਿੱਥੇ ਵੀ ਜਾਂਦਾ ਸੀ ਉਹਨੂੰ ਖੋਲ ਕੇ ਬਹਿ ਜਾਂਦਾ ਸੀ। ਇਹ ਸ੍ਰੇਸ਼ਟ ਮੰਨਿਆ ਜਾਂਦਾ ਸੀ। ਉਹਦੀ ਆੜ ਦੇ ਵਿੱਚ ਇਹਨੇ ਬੜਾ ਕੁਝ ਗੁਰੂ ਘਰ ਦੇ ਨਾਲ ਕੀਤਾ ਤੇ ਅੱਗੇ ਜਾ ਕੇ ਕਰੇਗਾ ਵੀ, ਉਹ ਵੀ ਸਾਂਝਾ ਕਰਾਂਗਾ। ਹੁਣ ਭਾਈ ਮੱਖਣ ਸ਼ਾਹ ਲਵਾਣਾ ਆਪਣਾ ਪਰਿਵਾਰ, ਆਪਣੇ ਜਿੰਨੇ ਵੀ ਅਹਿਲਕਾਰ ਸਨ, ਸਿਪਾਹੀ ਸਨ, ਸਭ ਨੂੰ ਲੈ ਕੇ ਬਕਾਲਾ ਸਾਹਿਬ ਦੀ ਧਰਤੀ ਤੇ ਆ ਗਿਆ। ਹੁਣ ਅੱਗੇ ਆਇਆ, ਕੀ ਵੇਖਦਾ ਹੈ ਕਿ ਵੀ ਅੱਗੇ ਹੁਣ ਅਨੇਕਾਂ ਹੀ ਗੁਰੂ ਬਣ ਕੇ ਬੈਠੇ ਨੇ। ਹੁਣ ਅਨੇਕਾਂ ਦੇ ਵਿੱਚੋਂ ਇੱਕ ਨੂੰ ਮੈਂ ਕਿਵੇਂ ਲੱਭਾਂ? ਬੜੀ ਔਖੀ ਘਾਟੀ ਹੈ। ਤੇ ਮੈਂ ਕੱਲ੍ਹ ਇਹ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ, ਸੁਣ ਲੈਣਾ ਪਰ ਉਹਦੇ ਵਿੱਚੋਂ ਕੁਝ ਕੱਢ ਲੈਣਾ, ਇਹ ਸਭ ਤੋਂ ਵੱਧ ਕਮਾਲ ਗੱਲ ਹੈ। ਮਾਫ ਕਰਨਾ, ਸਿਰਫ ਸੁਣਨ ਦੀ ਆਦਤ ਨਾ ਪਾਈਏ। ਇਹ ਬੇਨਤੀ ਕਰਾਂ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ, ਉਹਦੇ ਵਿੱਚੋਂ ਆਪਣੇ ਜੀਵਨ ਦਾ ਤੱਤ ਕੱਢੋ ਕਿ ਵੀ ਜੋ ਭਾਈ ਮੱਖਣ ਸ਼ਾਹ ਕਰ ਰਿਹਾ ਹੈ ਕਿ ਉਹ ਮੈਂ ਕਰ ਸਕਦਾ। ਮੈਂ ਤਾਂ ਬਾਣੀ ਵੀ ਪੜ੍ਹਦਾ, ਬਾਣੀ ਪੜ੍ਹਦਿਆਂ ਵੀ ਮੈਂ ਗੁਰੂ ਦੀ ਪਹਿਚਾਣ ਨਹੀਂ ਕਰ ਪਾ ਰਿਹਾ। ਅੱਜ ਵੀ ਮੈਂ ਅਧੂਰਿਆਂ ਦੇ ਅੱਗੇ ਡਿੱਗਦਾ, ਪੂਰਾ ਮੈਨੂੰ ਕਦੇ ਨਾ ਪੜ੍ਹਦਾ ਮੈਂ ਰੋਜ਼ ਆ। ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਪੂਰੇ ਦਾ ਮੈਨੂੰ ਫਿਰ ਵੀ ਪਤਾ ਨਹੀਂ ਲੱਗਦਾ। ਆਰਾਧਨਾ ਰੋਜ਼ ਮੈਂ ਪੂਰੇ ਦੀ ਕਰਦਾ। ਹੁਣ ਇਹਦੇ ਵਿੱਚੋਂ ਆਪਾਂ ਲੱਗਣਾ, ਭਾਈ ਮੱਖਣ ਸ਼ਾਹ ਲਵਾਣਾ ਆਇਆ, 22 ਮੰਜੀਆਂ ਲੱਗੀਆਂ। ਹੁਣ ਉਹਦੇ ਮਨ ਵਿੱਚ ਪਹਿਲਾਂ ਹੀ ਅਰਦਾਸ ਹੈ ਕਿ ਵੀ ਦਾਤਿਆ ਮੈਂ ਤੈਨੂੰ ਮਿਲਣ ਆਇਆ, ਕਿਰਪਾ ਕਰੀ ਮੈਂ ਤੈਨੂੰ ਮਿਲ ਸਕਾਂ। ਉਹਦੀ ਭਾਵਨਾ ਵੀ ਬੜੀ ਹੈ, ਭਰੋਸਾ ਵੀ ਬੜਾ ਹੈ। ਚਲੋ ਗਿਆ। ਇਤਿਹਾਸ ਕਹਿੰਦਾ ਹੈ ਕੱਲੇ ਕੱਲੇ ਦੇ ਅੱਗੇ ਉਹਨੇ ਇੱਕ ਇੱਕ ਟਕਾ ਰੱਖ ਕੇ ਮੱਥਾ ਟੇਕਿਆ, ਕੋਈ ਨਹੀਂ ਛੱਡਿਆ। ਉਹਨੇ ਵੀ ਤਾਂ ਪਰਖ ਕਰਨੀ ਸੀ ਨਾ, ਸਭ ਦੇ ਵਿੱਚ ਝੂਠਾ ਕਿਹੜਾ ਸੱਚਾ ਕਿਹੜਾ ਹੈ। ਕਮਾਲ ਦੀ ਗੱਲ ਇਹ ਹੋਈ, ਉਹਨਾਂ ਦੇ ਵਿੱਚੋਂ 22 ਚੋਂ ਕੋਈ ਵੀ ਇੱਕ ਸੱਚਾ ਨਹੀਂ ਨਿਕਲਿਆ, ਸਭ ਝੂਠੇ ਦੇ ਝੂਠੇ ਨਿਕਲ ਗਏ। ਕਿਉਂ? ਕਿਉਂਕਿ ਭਾਈ ਮੱਖਣ ਸ਼ਾਹ ਦੇ ਕੋਲ ਜਿੱਥੇ ਦਿਮਾਗ ਸੀ ਉੱਥੇ ਨਾਲ ਬਾਣੀ ਦੀ ਕਸਵੱਟੀ ਵੀ ਸੀ। ਉਹਨੂੰ ਪਤਾ ਸੀ ਜਿਹੜਾ ਗੁਰੂ ਹੁੰਦਾ ਹੈ ਨਾ, ਉਹ ਮਾਇਆ ਧਾਰੀ ਨਹੀਂ ਹੁੰਦਾ।
गुरु जिहड़ा है वो माया धारी नहीं हुंदा। गुरु ने माया की करनी है, गुरु नूं माया नहीं चाहिदी, गुरु नूं तां प्रेम चाहिदा। हाँ, जे कोई गुरु दे अगे माया रख के मत्था भी टेकदा है ते गुरु इनू ये असीसां नहीं दिंदा जा तेरा कारोबार वध होवे, जा तेरे घर खुशियां होण। ये तां दुनियावी गल्लां ने। गुरु कोल जदों कोई टका रखदा है ते गुरु ओनू असीस दिंदा है, पुता माता की आसीस निमख ना बिसरो तुमको हर हर। जा तेनू नाम चेते आवे, तू बाणी पढ़े, तेनू सत करतार याद आवे। गुरु तां आ असीस दिंदा है, पर इन्हां ने ते सारियां ही दुनियावी असीसां दित्तियां ने। कोई कारोबार वाधियां दियां अरदासां करी जांदा है मेरे वर्गा, कोई घर दियां खुशियां दी गल करी जांदा है, कोई कहंदा मेरा आ कुछ मैनू मिल जाए, कोई कहंदा आ कुछ मिल जाए, जा तेरा आ सलामत रह जाए। ये तां सारे झूठे दे झूठे ने। हुण आया ना जदां उन्हां दे कोलों भाई मक्खण शाह लुबाणा, चलो इतिहास ने कई पक्ष दिते आ, ਉਹਦੇ ਵਿੱਚੋਂ ਜਿਹੜਾ ਮੇਨ ਪੱਖ मैं ਤੁਹਾਡੇ ਨਾਲ ਸਾਂਝਾ कर दिना। ਜਦੋਂ ਤੁਰਿਆ आ ਰਿਹਾ ना, एक बच्चा मिलता ਉਹਨੂੰ, उस बच्चे ਨੂੰ ਪੁੱਛਦਾ भाई मक्खण शाह लुबाणा ਇਹਨਾਂ ਤੋਂ ਇਲਾਵਾ कोई ਰਹਿ ਤਾਂ नहीं गया ਜਿਹੜਾ गुरु ਹੋਵੇ ਇੱਥੇ ਜਿਹਨੂੰ मैं ना मिलिया होवां। ਜਦੋਂ ਉਹਨੇ ਇੰਨਾ ਕੁ सवाल किया तो वह बच्चा कहता हाँ, इत्थे है एक सोढी खानदान दे विचों, सोढी कुल दे विचों जिहदा नाम तेग बहादुर है। एक मैं छोटी जी बेनती होर करां, चलो कईयां ने मैनू माफ़ करना, मैं शब्द वरत रहा गुरु दे लई, इतिहास विच लिखिया की करिए वरतना पैना है, माफ़ करना। कई इतिहासकारां ने ये शब्द वरत्या कि भी जदों किसी नूं पुछया गया सी ना, ते उन्हां ने ये शब्द वरत्या कि भी ओही जिन्हों तेगा कमला कहिंदे आ, ये शब्द आया। माफ़ करना मैनू, गुरु समर्थ है बख्श लवे। उस वेले दे लोकां ने ये शब्द उत्थे जिहड़ा सी वरत्या सी, ओही जिहड़ा तेगा कमला है घरों बाहर ही नहीं निकलदा। हाँ, वो है कि भाई मक्खण शाह नूं जदों पता लगा ना, उस बच्चे ने आख्या हाँ, सोढी खानदान दे विचों एक तेग बहादुर नां दा है गुरु घर दा सेवक अनन, वो फलाणी थां ते रहिंदा, तुसीं ओनू जाके मिल लो। हुण मन दे विच थोड़ी जी जाग उठी। हुण जेड़ा जेड़ा नाल सी उहनूं लै के जिवें तुरन लगा ना, चलो इत्थे फिर मैं थोड़ा जिहा रुकां। गुरु तां घट घट दे अंदर दी जाणदा है। ਆਪਾਂ गुरु बारे बचन पढ़ते हैं, गुरु गोबिंद सिंह महाराज जी कहते हैं वो तो दाता अंतरजामी पुरख विधाता है। सोहला साहब विच रोज़ पढ़ते हैं, वो तो विधाता है, सब कुछ जानता है। या गुरु गोबिंद सिंह महाराज कहते हैं घट घट के अंतर की जानत, गुरु कोल तां सब दे अंदर दी जानन दी पावर है, किहड़ा घट नहीं। वो जिहदे बारे ना जानदा होवे, गुरु दी गुरु तेग बहादुर पातशाह जिथे ठहरे होए आ, जिस घर विच ठहरे होए आ, उत्थे चेते रखना दो गुरसिखां दा जिक्र आउंदा है। वो किहड़े ने? एक तां भाई गुरदित्ता जी। ये भाई गुरदित्ता जी कौन ने भला? ये बाबा बुढ़ा जी दी अंश बंश दे विचों ने, जिहड़े अगे जाके बाकी गुरुआं नूं तिलक दिंदे आ, भाव गुरता गद्दी ते विराजमान करदे आ। बाबा बुढ़ा जी दी अंश बंश दे विचों। दूजी बेनती, उहदे नाल ही एक सिख का नाम आउंदा है भाई गढ़िया जी। ये भी गुरु तेग बहादुर महाराज जी की शरण विच रहिंदा है। हुण जदों सतगुरु जी नूं पता लगा भाई मक्खण शाह लुबाणा मेरे वाल तुरिया आउंदा है, ते गुरु तेग बहादुर महाराज जी ने भाई गढ़िया जी नूं आख्या, भाई गढ़िया जी जाओ जाके मक्खण शाह लुबाणे नूं रोको। क्यों जाके रोको? ते ये गल कहो कि भी जिस ढंग दे नाल तू गुरु कोल आ रहा है ना, ये ढंग गुरु कोल आउण दा नहीं है। आ जिहड़ा लाम लश्कर इन्ना लैके हंकार विच भरिया तू आ रहा है ना, ये गुरु कोल आउण वाली बिरती नहीं है। जे गुरु कोल ही आउणा है ते भाई मक्खण शाह नूं आखो झुक के आवे, निमरता विच आवे, प्यार विच आवे। प्यार विच आएगा तो सतगुर गल वकड़ी विच लै लेगा। भाई गढ़िया जी ने जाके दस्या
ਤੇ ਹੁਣ ਭਾਈ ਮੱਖਣ ਸ਼ਾਹ ਲੁਬਾਣਾ ਕੱਲੇ ਹੀ ਨੇ, ਸਾਰਿਆਂ ਨੂੰ ਉੱਥੇ ਹੀ ਖੜਿਆ ਕਰ ਦਿੱਤਾ ਜਿੱਥੇ ਉਹ ਲੈ ਕੇ ਆਏ ਹੁਕਮ। ਕੱਲੇ ਆਏ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ 'ਚ ਸੀਸ ਨਵਾਇਆ। ਇੱਕ ਇਤਿਹਾਸ ਕਹਿੰਦਾ 2 ਟਕੇ ਰੱਖੇ, ਤੀਜਾ ਟਕਾ ਨਹੀਂ ਰੱਖਿਆ। 2 ਟਕੇ ਗੁਰੂ ਦੇ ਚਰਨਾਂ ਵਿੱਚ ਰੱਖ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਸੀਸ ਨਵਾਇਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਸੀਸ ਦਿੱਤੀ, ਪੁਰਖਾ ਤੈਨੂੰ ਪਰਮਾਤਮਾ ਦਾ ਨਾਮ ਚੇਤੇ ਆਵੇ, ਤੂੰ ਪਰਮਾਤਮਾ ਦੀ ਬੰਦਗੀ ਵਿੱਚ ਜੁੜੇ। ਗੁਰੂ ਨੇ ਜਦੋਂ ਇਹ ਆਸੀਸ ਦਿੱਤੀ, ਹੁਣ ਮਨ ਵਿੱਚ ਜਿਹੜਾ ਤੋਖਲਾਪਨ ਵੱਜਿਆ ਹੋਇਆ ਸੀ, ਇੱਕ ਪਲ ਦੇ ਵਿੱਚ ਉਹ ਦੂਰ ਹੋ ਗਿਆ ਕਿ ਵੀ ਅਸਲ ਦੇ ਵਿੱਚ ਜਿਹੜੇ ਗੁਰੂ ਨੂੰ ਮੈਂ ਲੱਭਦਾ ਫਿਰਦਾ ਸਾਂ, ਉਹ ਗੁਰੂ ਤਾਂ ਇੱਥੇ ਬੈਠਾ ਹੋਇਆ। ਬਾਹਰ ਤੇ ਸਾਰੇ ਪਖੰਡੀ ਨੇ। ਇੱਕ ਛੋਟੀ ਜਿਹੀ ਉਦਾਹਰਣ ਦਿਆਂ ਸਮਝਣ ਦੇ ਲਈ। ਕਹਿੰਦੇ ਇੱਕ ਰਾਜਾ ਬੜੇ ਵੱਡੇ ਵੱਡੇ ਫੈਸਲੇ ਕਰਦਾ ਦਰਬਾਰ ਦੇ ਵਿੱਚ, ਜਿਹੜਾ ਆਉਂਦਾ ਉਹਦੇ ਫੈਸਲੇ ਕਰੀ ਜਾਂਦਾ ਤੇ ਐਡੇ ਕਮਾਲ ਦੇ ਫੈਸਲੇ ਕਰਦਾ। ਉਹਦੀ ਪ੍ਰਜਾ ਜਿਹੜੀ ਹੈ ਨਾ, ਉਹਦੇ ਤੋਂ ਬੜੀ ਸੁਖੀ ਹੈ ਤੇ ਉਹਦੇ ਤੋਂ ਬੜੀ ਪ੍ਰਭਾਵਿਤ ਹੈ ਕਿ ਵੀ ਰਾਜੇ ਨੇ ਅੱਜ ਤੱਕ ਕੋਈ ਗਲਤ ਫੈਸਲਾ ਨਹੀਂ ਕੀਤਾ। ਇੱਕ ਦਿਨ ਸ਼ੈਤਾਨ ਮਨ, ਭਰ ਜਵਾਨੀ ਦੇ ਅੰਦਰ ਇੱਕ ਨੌਜਵਾਨ, ਕਿਉਂਕਿ ਭਰ ਜਵਾਨੀ ਦੇ ਅੰਦਰ ਬਹੁਤੇ ਸਵਾਲ ਬੰਦੇ ਦੇ ਅੰਦਰ ਉੱਠਦੇ ਨੇ, ਉਹ ਸਵਾਲਾਂ ਨਾਲ ਭਰਿਆ 1-2 ਗੁਲਦਸਤੇ ਫੁੱਲਾਂ ਦੇ ਫੜ ਕੇ ਦਰਬਾਰ ਵਿੱਚ ਆ ਗਿਆ ਰਾਜੇ ਦੀ ਪਰਖ ਕਰਨ ਦੇ ਲਈ ਵੀ ਰਾਜਨ, ਜੇ ਤੂੰ ਐਡਾ ਹੀ ਸਭ ਦੇ ਪਰਖਾਂ ਪਿਆ ਕਰਦਾ ਹੈ, ਸਭ ਦੇ ਫੈਸਲੇ ਪਿਆ ਕਰਦਾ ਹੈ, ਬਸ ਇੱਕ ਕੰਮ ਮੇਰਾ ਕਰ ਦੇ, ਅੱਜ ਤੇਰੀ ਪਰਖ ਹੋਣ ਲੱਗੀ ਹੈ। ਉਹ ਰਾਜਾ ਕਹਿੰਦਾ ਕੀ ਗੱਲ ਹੈ ਮੈਨੂੰ ਦੱਸ। ਕਹਿਣ ਲੱਗੇ ਬਸ ਇੰਨਾ ਕੁ ਕੰਮ ਹੈ, ਇੱਕ ਗੱਲ ਦਾ ਜਵਾਬ ਦੇ ਦੇ, ਆ 2 ਗੁਲਦਸਤੇ ਮੈਂ ਪਕੜੇ ਹੋਇਆ, ਇਹਦੇ ਵਿੱਚੋਂ ਕਿਹੜਾ ਅਸਲੀ ਹੈ ਕਿਹੜਾ ਨਕਲੀ ਹੈ, ਬਸ ਤੂੰ ਇਹੀ ਦੱਸਣਾ। ਹਾਲਾਂਕਿ ਆਪ ਵੀ ਉਹਨੂੰ ਭਰਮ ਹੈ, ਉਹਨੇ ਵੀ ਆਪਣੇ ਹੱਥ ਤੇ ਲਿਖਿਆ ਹੋਇਆ ਸੱਜਾ ਅਸਲੀ ਹੈ ਖੱਬਾ ਨਕਲੀ ਹੈ, ਭਾਵ ਕਿ ਮੈਂ ਵੀ ਨਾ ਕਿਤੇ ਭੁੱਲ ਜਾ ਕਿਹੜਾ ਅਸਲੀ ਹੈ ਕਿਹੜਾ ਨਕਲੀ ਹੈ। ਰਾਜੇ ਨੇ ਆਖਿਆ ਕੋਈ ਗੱਲ ਨਹੀਂ, ਤੂੰ ਇਹਨਾਂ ਨੂੰ ਆਸ ਥਾਂ ਤੇ ਰੱਖ ਦੇ, ਥੋੜਾ ਮੈਨੂੰ ਸਮਾਂ ਦੇ, ਮੈਂ ਆਪਣੇ ਤਖਤ ਤੋਂ ਨਹੀਂ ਉੱਠਾਂਗਾ, ਇੱਥੇ ਬੈਠਾ ਬੈਠਾ ਦੂਰੋਂ ਦੱਸ ਦਿਆਂਗਾ ਕਿਹੜਾ ਨਕਲੀ ਕਿਹੜਾ ਅਸਲੀ ਹੈ, ਬਸ ਤੂੰ ਇਹਨਾਂ ਨੂੰ ਰੱਖ ਦੇ। ਸ਼ਾਮਾਂ ਪਈਆਂ, ਸਭ ਦੇ ਫੈਸਲੇ ਇੱਕ ਇੱਕ ਕਰਕੇ ਹੁੰਦੇ ਗਏ। ਹੁਣ ਰਾਜੇ ਨੇ ਆਖਿਆ ਬਈ ਤੂੰ ਆਪਣੇ ਗੁਲਦਸਤੇ ਫਿਰ ਹੱਥ ਵਿੱਚ ਲੈ, ਹੁਣ ਮੈਂ ਤੈਨੂੰ ਦੱਸਦਾ ਕਿਹੜਾ ਅਸਲੀ ਹੈ ਕਿਹੜਾ ਨਕਲੀ ਹੈ। ਉਹ ਰਾਜਾ ਕਹਿਣ ਲੱਗਾ ਆ ਜਿਹੜਾ ਸੱਜੇ ਹੱਥ ਵਿੱਚ ਤੂੰ ਪਕੜਿਆ ਨਾ ਇਹ ਅਸਲੀ ਹੈ, ਤੇ ਜਿਹੜਾ ਖੱਬੇ ਵਿੱਚ ਪਕੜਿਆ ਇਹ ਨਕਲੀ ਹੈ। ਉਹਨੇ ਸੋਚਿਆ ਕਿ ਵੀ ਕੀ ਪਤਾ ਤੁੱਕਾ ਮਾਰਦਾ ਹੋਵੇ। ਫਿਰ ਕਹਿੰਦਾ ਰਾਜਨ ਇੱਕ ਵਾਰੀ ਸੋਚ ਲਵੋ, ਜੇ ਹਾਰ ਗਏ ਤਾਂ ਤਖਤ ਤਿਆਗਣਾ ਪੈ ਜਾਏਗਾ, ਇਹ ਤੁਸੀਂ ਕਸਮ ਖਾ ਚੁੱਕੇ ਹੋ। ਕਹਿਣ ਲੱਗਾ ਨਹੀਂ, ਮੈਨੂੰ ਪੱਕਾ ਭਰੋਸਾ ਹੈ ਜਿਹੜਾ ਤੂੰ ਸੱਜੇ ਹੱਥ ਵਿੱਚ ਪਕੜਿਆ ਉਹ ਅਸਲੀ ਹੈ। ਉਹਨੇ ਫਿਰ ਬੜੇ ਹੈਰਾਨ ਜਾ ਹੋ ਕੇ ਪੁੱਛਿਆ ਕਿ ਵੀ ਤੈਨੂੰ ਕਿਵੇਂ ਪਤਾ ਇਹ ਅਸਲੀ ਹੈ ਨਕਲੀ ਹੈ। ਕਹਿਣ ਲੱਗੇ ਵੇਖ ਆ ਪਰਜਾ ਵਿੱਚ ਬੈਠੇ ਸਾਰੇ ਅੰਦਾਜ਼ੇ ਲਾਣ ਝੂਠੇ ਸਾਬਤ ਹੋ ਸਕਦੇ ਆ, ਮੈਂ ਅੰਦਾਜ਼ਾ ਲਾਵਾਂ ਮੇਰਾ ਅੰਦਾਜ਼ਾ ਝੂਠਾ ਹੋ ਜਾਏਗਾ। ਪਰ ਇੱਕ ਗੱਲ ਤੈਨੂੰ ਦੱਸਾਂ, ਬਾਹਰੋਂ ਉੱਡਦੀ ਆਈ ਮੱਖੀ ਕਦੀ ਝੂਠ ਨਹੀਂ ਬੋਲ ਸਕਦੀ, ਕਿਉਂਕਿ ਉਹਨੇ ਬਹਿਣਾ ਹੀ ਅਸਲੀ ਫੁੱਲ ਤੇ ਹੈ। ਜਿਵੇਂ ਉੱਡਦੀ ਉੱਡਦੀ ਆ ਕੇ ਫੁੱਲ ਤੇ ਬੈਠੀ, ਮੈਨੂੰ ਪਤਾ ਲੱਗ ਗਿਆ ਆ ਕੀ ਅਸਲੀ ਹੈ। ਬਸ ਚੇਤੇ ਰੱਖਣਾ, ਅਸੀਂ ਕਦੀ ਅਸਲੀ ਉਸ ਮੱਖੀ ਦੇ ਵਾਂਗ ਕਦੀ ਉਸ ਅਸਲ ਫੁੱਲ ਤੇ ਬੈਠ ਹੀ ਨਹੀਂ ਸਕੇ। ਆਪਾਂ ਗੁਰੂ ਦੀ ਪਹਿਚਾਣ ਕੀ ਕਰਾਂਗੇ? ਸਾਨੂੰ ਤਾਂ ਫੁੱਲ ਦਾ ਹੀ ਪਤਾ ਨਹੀਂ ਲੱਗ ਰਿਹਾ ਅਸਲੀ ਕਿਹੜਾ ਨਕਲੀ ਕਿਹੜਾ। ਸਤਿਗੁਰੂ ਜੀ ਕਹਿੰਦੇ ਸਿੱਖਾ ਕਿਤੇ ਉਸ ਮੱਖੀ ਤੋਂ ਕੁਝ ਸਿੱਖ ਲੈ ਜਿਹੜੀ ਬਹਿੰਦੀ ਹਮੇਸ਼ਾ ਅਸਲੀ ਫੁੱਲ ਤੇ ਹੈ। ਤੂੰ ਤੇ ਅੱਜ ਵੀ ਬਹਿਨਾ ਤੇ ਨਕਲੀਆਂ ਦੇ ਦਰ ਤੇ ਜਾ ਕੇ ਬਹਿਨਾ। ਪੜਦਾ ਰੋਜ਼ ਇਹ ਹੈ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ, ਫਿਰ ਵੀ ਇਹਦੇ ਦੁਆਰ ਤੋਂ ਦੂਰ ਭੱਜ ਜਾਣਾ। ਭਾਈ ਮੱਖਣ ਸ਼ਾਹ ਲੁਬਾਣੇ ਤੋਂ ਹੀ ਪੁੱਛ ਲੈਂਦਾ ਤੂੰ ਸਤਿਗੁਰ ਦੀ ਕਿਵੇਂ ਪਹਿਚਾਣ ਕਰ ਲਈ, ਕਿਉਂਕਿ ਉਹਦੇ ਕੋਲ ਗੁਰਬਾਣੀ ਦੀ ਕਸਵੱਟੀ ਸੀ। ਫਿਰ ਜਦੋਂ ਉਹਨੂੰ ਪਤਾ ਲੱਗਾ ਇਹ ਤਾਂ ਸੱਚਾ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ, ਇੱਥੇ ਹੁਣ ਉਹ ਵਿਰਾਗ ਵਿੱਚ ਆਇਆ। ਹੁਣ ਬਾਹਰ ਗਿਆ, ਛੱਤ ਤੇ ਚੜਿਆ, ਕੋਠੇ ਤੇ ਚੜਿਆ, ਦੁਹਾਈਆਂ ਪਾ ਦਿੱਤੀਆਂ ਉਹਨੇ।
ਰੋਲਾ ਪਾ ਦਿੱਤਾ ਉਹਨੇ, ਲਾਧੋ ਰੇ ਗੁਰ ਲਾਧੋ ਰੇ। ਉਹਨੇ ਕਹਿ ਦਿੱਤਾ ਮੈਂ ਗੁਰੂ ਲੱਭ ਲਿਆ, ਮੈਂ ਗੁਰੂ ਲੱਭ ਲਿਆ। ਜਿਹਨੂੰ ਹੁਣ ਤੱਕ ਕੋਈ ਨਹੀਂ ਲੱਭ ਸਕਿਆ ਉਹ ਭਾਈ ਮੱਖਣ ਸ਼ਾਹ ਲੁਬਾਣੇ ਨੇ ਲੱਭ ਲਿਆ। ਚਲੋ ਗੁਰੂ ਪ੍ਰਗਟ ਹੋ ਗਿਆ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਸ ਜਿਹੜੀਆਂ ਪਹਿਲਾਂ ਹੀ ਸੰਗਤਾਂ ਉਡੀਕ ਵਿੱਚ ਬੈਠੀਆਂ ਸਨ। ਇੱਥੇ ਮੈਂ ਛੋਟੀ ਜਿਹੀ ਇੱਕ ਬੇਨਤੀ ਹੋਰ ਕਰਾਂ। ਇਤਿਹਾਸ ਨੇ ਇੱਕ ਹੋਰ ਬੜੀ ਕਮਾਲ ਦੀ, ਚਲੋ ਨੁਕਤੇ ਨੇ ਇਤਿਹਾਸ ਦੇ ਛੋਟੇ ਛੋਟੇ, ਹੋਰ ਵੀ ਗੱਲਾਂ ਬੜੀਆਂ ਸੰਭਾਲੀਆਂ। ਇਤਿਹਾਸ ਵਿੱਚ ਲਿਖਿਆ ਹੈ, ਜਿਸ ਵੇਲੇ ਭਾਈ ਮੱਖਣ ਸ਼ਾਹ ਲੁਬਾਣਾ ਜੀ ਨੂੰ ਪਤਾ ਲੱਗਾ ਨਾ ਇਹ ਪੂਰਾ ਗੁਰੂ ਹੈ, ਇਹਦੇ ਅੰਦਰ ਅਧੂਰਿਆਂ ਦਾ ਕੋਈ ਔਗਣ ਹੀ ਨਹੀਂ ਹੈ, ਇਹ ਤਾਂ ਗੁਣਾਂ ਦਾ ਖਜ਼ਾਨਾ ਹੈ। ਤੇ ਕਹਿਣ ਲੱਗੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ ਬਾਹਰ ਜਾ ਕੇ ਪ੍ਰਗਟ ਨਾ ਕਰੀ, ਜਿੱਥੇ ਗੱਲ ਹੈ ਉੱਥੇ ਹੀ ਟਕੀ ਰਹਿਣ ਦੇ, ਇਤਿਹਾਸ ਕਹਿੰਦਾ। ਪਰ ਉੱਥੇ ਭਾਈ ਮੱਖਣ ਸ਼ਾਹ ਲੁਬਾਣੇ ਨੇ ਇੱਕ ਗੱਲ ਆਖੀ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ। ਕਹਿਣ ਲੱਗੇ ਗੁਰੂ ਤੇਗ ਬਹਾਦਰ ਮਹਾਰਾਜ, ਸਤਿਗੁਰ ਤੇਰੇ ਚਰਨਾਂ 'ਚ ਮੈਂ ਬੇਨਤੀ ਕਰਦਾ, ਤੈਨੂੰ ਜੇਕਰ ਅੱਜ ਪ੍ਰਗਟ ਨਾ ਕੀਤਾ, ਜੇ ਤੈਨੂੰ ਅੱਜ ਜ਼ਾਹਰ ਨਾ ਕੀਤਾ, ਤੇ ਆ ਜਿਹੜੇ ਸਿੱਖ ਬਾਹਰ ਖੜੇ ਤੇਰੀਆਂ ਉਡੀਕਾਂ ਕਰਦੇ ਨੇ ਇਹ ਅਧੂਰਿਆਂ ਦੇ ਪੈਰਾਂ ਵਿੱਚ ਡਿੱਗੇ ਰਹਿਣਗੇ, ਇਹਨਾਂ ਨੂੰ ਪੂਰਾ ਨਹੀਂ ਲੱਭਣਾ। ਕਿਉਂਕਿ ਅੱਜ ਤੈਨੂੰ ਪ੍ਰਗਟ ਕਰਨਾ ਬੜਾ ਜ਼ਰੂਰੀ ਹੈ। ਤੂੰ ਮੇਰੇ ਵੱਲ ਨਾ ਵੇਖ, ਤੂੰ ਇਹਨਾਂ ਸਿੱਖਾਂ ਵੱਲ ਵੇਖ ਜਿਹੜੇ ਤੇਰੇ ਦਰ ਦੇ ਖੜੇ ਹੋ ਕੇ ਤੇਰੇ ਦਰਸ਼ਨ ਕਰਨ ਦੀ ਤਾਂਘ ਲੈ ਕੇ ਤੇਰੀਆਂ ਉਡੀਕਾਂ ਪਏ ਕਰਦੇ ਆ, ਇਹਨਾਂ ਵੱਲ ਹੀ ਧਿਆਨ ਦੇ। ਉਹਨੇ ਜ਼ਾਹਰ ਕਰ ਦਿੱਤਾ, ਰੋਲਾ ਪਾ ਦਿੱਤਾ, ਮੈਂ ਗੁਰੂ ਲੱਭ ਲਿਆ। ਇਸ ਤੋਂ ਬਾਅਦ ਸੰਗਤਾਂ ਦੀਆਂ ਭੇਟਾਵਾਂ ਚੜ੍ਹ ਗਈਆਂ। ਹੁਣ ਜਿੱਥੇ ਗੁਰੂ ਜਾਏਗਾ ਸਿੱਖ ਉੱਥੇ ਹੀ ਜਾਏਗਾ। ਫਿਰ ਬੇਨਤੀ ਕਰਾਂ, ਜਿੱਥੇ ਫੁੱਲ ਹੋਏਗਾ ਭੋਰਾ ਉੱਥੇ ਹੀ ਆਏਗਾ। ਜਿੱਥੇ ਫੁੱਲ ਨਕਲੀ ਹੋਣਗੇ, ਆ ਵੀ ਨਕਲੀ ਪਏ ਨੇ, ਇਹਨਾਂ ਦੇ ਕਦੀ ਮੱਖੀਆਂ ਬੈਠੀਆਂ ਆ ਕੇ। ਅਸਲੀ ਤੇ ਹੀ ਚੇਤੇ ਰੱਖਣਾ ਬੈਠਦੀ ਹੈ ਮੱਖੀ। ਹੁਣ ਜਿੱਥੇ ਗੁਰੂ ਬੈਠਾ ਉੱਥੇ ਚੇਤੇ ਰੱਖਣਾ ਸੰਗਤਾਂ ਦੇ ਹੜ ਲੱਗ ਗਏ, ਭੇਟਾਵਾਂ ਦੀਆਂ ਭੇਟਾਵਾਂ ਚੜ੍ਹ ਗਈਆਂ, ਤੇ ਬਾਹਰ ਬੈਠੇ ਬਾਈ ਮੰਜੀਆਂ ਲਾ ਕੇ ਸਾਰਿਆਂ ਨੇ ਆਪਣੇ ਚੁੱਕੇ ਸਮਾਨ ਤੇ ਸਾਰੇ ਭੱਜਦੇ ਨਜ਼ਰੀ ਆਏ। ਤੇ ਕੁਝ ਕੁ ਇਤਿਹਾਸ ਕਹਿੰਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਗਏ। ਉਹਨਾਂ ਵਿੱਚੋਂ ਸ਼ਰਨ ਵਿੱਚ ਜਿਹੜਾ ਨਹੀਂ ਆਇਆ ਉਹ ਧੀਰ ਮੱਲ ਨਹੀਂ ਆਇਆ, ਤੇ ਹੋਰ ਜਿਹੜਾ ਹੈ ਅਨੇਕਾਂ ਦੇ ਨਾਮ ਆਉਂਦੇ ਨੇ, ਨਹੀਂ ਆਏ। ਚਲੋ ਮਾਇਆ ਦੇ ਢੇਰ ਲੱਗ ਗਏ, ਮਾਇਆ ਦਸਵੰਧ ਇਕੱਠਾ ਹੋਇਆ, ਸ਼ਾਮਾਂ ਪਈਆਂ। ਧੀਰ ਮੱਲ ਨੇ ਇੱਕ ਬਿਉਂਤ ਬਣਾਈ, ਕਿਉਂ ਨਾ ਮੈਂ ਇੰਨੇ ਚਿਰ ਦਾ, ਮੇਰੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ, ਮੇਰੇ ਕੋਲ ਮਸੰਦ, ਮੇਰੇ ਕੋਲ ਇੰਨੀ ਸੰਗਤ, ਮੇਰੇ ਕੋਲ ਅੱਜ ਤੱਕ ਭੇਟਾਵਾਂ ਨਹੀਂ ਲੱਗੀਆਂ। ਅੱਜ ਗੁਰੂ ਪ੍ਰਗਟ ਹੋਇਆ ਤੇ ਇੱਕ ਮਿੰਟ ਦੇ ਵਿੱਚ, ਇੱਕ ਪਲ ਦੇ ਵਿੱਚ ਇਹਦੇ ਅੱਗੇ ਮਾਇਆ ਦੇ ਢੇਰ ਲੱਗ ਗਏ। ਕਿਉਂ ਨਾ ਹੋਵੇ ਸਾਰਾ ਕੁਝ ਲੁੱਟ ਲਿਆ ਜਾਵੇ। ਹੁਣ ਉਹਨੇ ਲੁੱਟਣ ਦੀਆਂ ਵਿਉਂਤਾਂ ਬਣਾਈਆਂ। ਚਲੋ ਉਹਨੇ ਸਾਰਾ ਸਮਾਨ ਲੁੱਟ ਲਿਆ, ਸਾਰਾ ਕੁਝ ਲੁੱਟ ਕੇ ਆਪਣੇ ਘਰ ਲੈ ਗਿਆ। ਇੱਥੋਂ ਤੱਕ ਵੀ ਇਤਿਹਾਸ ਕਹਿੰਦਾ ਹੈ, ਲੁੱਟਣ ਤੋਂ ਪਹਿਲਾਂ ਉਹਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉੱਤੇ ਗੋਲੀ ਵੀ ਚਲਾਈ। ਚਲੋ ਸਤਿਗੁਰੂ ਜੀ ਨੇ ਉਹ ਜਿਹੜੀ ਗੋਲੀ ਸਤਿਗੁਰੂ ਜੀ ਤੇ ਚਲਾਈ, ਉਹ ਮੱਥੇ ਨੂੰ ਛੂਹ ਕੇ ਨਿਕਲ ਗਈ, ਲੱਗੀ ਨਹੀਂ, ਉਹ ਮੱਥੇ ਨੂੰ ਛੂਹ ਕੇ ਨਿਕਲੀ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਮੁਖ ਤੋਂ ਇੱਕ ਗੱਲ ਆਖੀ, ਭਲੋ ਧੀਰ ਮੱਲ ਭਲੋ, ਧੀਰ ਮੱਲ ਭਲੋ। ਵੇਖੋ ਉੱਥੇ ਸਤਿਗੁਰੂ ਜੀ ਨੇ ਆਪਣੇ ਮੁਖ ਤੋਂ ਐਸਾ ਕੋਈ ਬੋਲ ਨਹੀਂ ਬੋਲਿਆ ਜਿਹਦੇ ਵਿੱਚ ਕੜਾਵਾਹਟ ਹੋਵੇ, ਜਿਹਦੇ ਵਿੱਚ ਫਿੱਕਾਪਨ ਹੋਵੇ, ਜਿਹਦੇ ਵਿੱਚ ਨਫ਼ਰਤ ਈਰਖਾ ਹੋਵੇ। ਗੋਲੀ ਚਲਾਉਣ ਵਾਲੇ ਧੀਰ ਮੱਲ ਨੂੰ ਵੀ ਸਤਿਗੁਰੂ ਜੀ ਕਹਿੰਦੇ, ਧੀਰ ਮੱਲ ਤੇਰਾ ਭਲਾ ਹੋਵੇ, ਤੇਰਾ ਭਲਾ ਹੋਵੇ, ਤੇਰਾ ਭਲਾ ਹੋਵੇ। ਕਿਉਂ? ਸਤਿਗੁਰੂ ਜੀ ਇੱਕੋ ਹੀ ਸਿਧਾਂਤ ਪਏ ਦਿੰਦੇ ਆ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨਾਈ। ਕੋਈ ਗੱਲ ਨਹੀਂ, ਇਹ ਵੀ ਰੱਬ ਦੇ ਭਾਣੇ ਦੇ ਵਿੱਚ ਹੈ। ਮੇਰੇ ਪਿਤਾ ਨੇ ਤੇ ਮੇਰਾ ਨਾਮ ਹੀ ਤੇਗ ਬਹਾਦਰ ਰੱਖਿਆ ਹੈ। ਮੈਂ ਅੰਦਰੋਂ ਵੀ ਬਹਾਦਰ ਹਾਂ, ਬਾਹਰ ਵੀ ਬਹਾਦਰ ਹਾਂ, ਕਿਉਂਕਿ ਤੇਰੀਆਂ ਗੋਲੀਆਂ ਮੇਰਾ ਕੁਝ ਵਿਗਾੜ ਨਹੀਂ ਸਕਦੀਆਂ, ਤੇਰਾ ਭਲਾ ਹੋਵੇ। ਜਦੋਂ ਉਹਨੇ ਗੋਲੀ ਚਲਾਈ, ਸਾਰਾ ਕੁਝ ਲੁੱਟ ਕੇ ਜਿਹੜਾ ਹੈ ਉਹ ਲੈ ਗਿਆ। ਹੁਣ ਇਹ ਗੱਲ ਭਾਈ ਮੱਖਣ ਸ਼ਾਹ ਲੁਬਾਣੇ ਤੱਕ ਪਹੁੰਚਦੀ ਹੈ। ਇੱਥੇ ਮੈਂ ਫਿਰ ਬੇਨਤੀ ਕਰਨ ਲੱਗਾ, ਗੁਰਬਾਣੀ ਦੇ ਵਿੱਚੋਂ
एक बचन आपां पढ़दे हां, साहिब संकट में सेवक भजै। साहिब संकट विच होवे ते सेवक भज जाए, उहनूं सेवक नहीं कहिंदे। जेड़ा नौकर अपने मालक नूं छड्ड के दुख दी घड़ी दे विच चला जावे, वो नौकर नहीं होया करदा, वो गुलाम नहीं होया करदा। सतगुरु जी कहंदे आ, असल सेवक ते वो होया करदा है जेड़ा घर पल गुरु दे अंग संग रहिंदा है, गुरु दी गल नूं मनदा, उहनूं सेवक कहिंदे आ। जदों ये गल्लां भाई मक्खण शाह लुबाणे दे कंन विच पईयां, उहदा खून खोल उठिया, गुरु दा सिख मैं होवां ते मेरे गुरु ते कोई उंगल चुक जाए, उंगल ही नहीं मेरे गुरु ते कोई गोली चला जाए। भाई मक्खण शाह उठिया, अपने फौजां नूं नाल लिया ते जो कुछ लुटिया सी धीर मल ने, इतिहास इत्थों तक कहंदा है भाई जिहड़ा धीर मल सी उहनूं बन के भाई मक्खण शाह लुबाणा गुरु तेग बहादुर महाराज जी दी शरण विच लै आया। जदों लिआया, गुरु तेग बहादुर महाराज जी दे कोल आके कहा, सतगुरु इन्हें तुहाडे ते गोली चलाई, आ वेखो मैं इनू बन के तुहाडे कोल लै आया, जो कुछ इन्हें लुटिया वो भी मैं लै आया, इतों तक जेड़ा सरूप ये सांभी बैठा सी जिहदे ते इनू माण सी वो भी मैं लै आया। अज सारा कुछ मैं लै आया, जो सजा तुसी धीरमल नू देनी है वो दे दिओ। वो त्याग दी मूर्ति, वो निमरता दी पुंज, गुणा दे खजाने गुरु तेग बहादुर महाराज ने आख्या। इसे करके भाई मक्खण शाह जी मैं तुहानू कहंदा सा प्रगट ना करो। पता क्यों कहंदा सा? क्योंकि जेकर मैं प्रगट होवांगा ते संगतां माया लैके आउणगियां, रोला ही सारा माया दा है। आज जो कुछ पिया है ना अगे माया, रोला ही माया दा है। ते मैनू माफ करना, अज भी तो रोला माया दा ही है। जे कल उदों गोलियां माया पिछे चलदियां, अज तो तलवारां चलदियां ने, माफ करना। अज तो एक दूजे नूं आपां वड्ढण लई बैठे आ। मैनू माफ कर दे, मैं शब्द वरत रहा। अज भी रोला उही है। गुरु तक तो कोई विरला पहुँचता है, गोलक तक हरेक बंदा पहुँच जाता है। यही कहानी है, रोला यही है, होर कोई रोला नहीं। तो मैं बेनती करा, गुरु तेग बहादुर महाराज कहते भाई मक्खण शाह जी रोला ही सारा माया दा है। जे ये ना हुंदी, शांत करके बैठे सा, बाणी पढ़ते सा, प्रचार करते सा, कोई फिकर नहीं सी, कुछ नहीं सी, आनंद दे विच सा, बेपरवाह सा। जिवें ही माया आई रोला खड़ा हो गया। पर मैं एक गल तुहानू कहां, आ जिन्ना कुछ भी तुसी लैके आए हो ना, ਇਹਦਾ समान इनू वापस कर दिओ। इतों तक आ कीमती गुरु का खजाना गुरु ग्रंथ साहिब महाराज, ये भी धीरमल नू दे दिओ। कोई गल नहीं, सानू नहीं चाहिए, अज ते आप बाणी दे खजाने आ। सारा कुछ वापस कर दिता। ते जिहड़ी दसवंध दी माया भेटा लुट के लैके गया सी, वो सारी संगतां विच वंड दिती। वो सारा कुछ वंड दिता उन्हां दे विच। ते सतगुरु गुरु तेग बहादुर महाराज उत्थे यही गल समझा गए, किसे दे नाल बुरा ना कर, भावें जिन्ना मर्जी बुरा होवे, जिन्ना मर्जी बुरा होवे। बाणी दे विच एक आपां बचन पढ़दे हां, टुक मात्र उस गल नूं समझण दे लई। उस गुरु दे अंदर की चलदा है ते असीं अपने वल वेखीए साडे अंदर की चलदा है। धीरमल गोली चलाउंदा है ते गुरु तेग बहादुर महाराज कहंदे आ इहदा भला हो जाए। क्यों? गुरु तेग बहादुर महाराज जी नूं पता है, फरीदा बुरे दा भला कर, गुस्सा मन ना हंडाए, देही रोग ना लगे पल्ले, सब किछ पाए। गुरु तेग बहादुर महाराज जी ने आख्या, भाई मक्खण शाह लुबाणा जी मेरी गल ए अपने जेन विच बिठा लियो। सबको मीत हम आपन कीना, हम सबना के साजन, ये सारे साडे मित्र ने, भावें दुश्मन भी होण, ये सारे साडे प्यार वाले ने। कोई भी इन्हां दे विचों कोई बेगाना नहीं, सारे अपने ने, सब चंगे ने। गुरु सब दे लई एक दृष्टि लैके बैठा है, उहदे लई कोई चंगा कोई माड़ा नहीं है। साडी निगाह विच फर्क पै जांदा है। आपां अपनी निगाह दे अंदर वो नफरत पाल लैने आ, वो दुश्मनी पाल लैने आ, जिहदे करके साडे लई कोई माड़ा भी बन जांदा है, कोई चंगा भी बन जांदा है।
ਉਹ ਇੱਕ ਓੰਕਾਰ ਦਾ ਹੋਕਾ ਦੇਣ ਵਾਲਾ ਕਹਿੰਦਾ ਇੱਕ ਦ੍ਰਿਸ਼ਟੀ ਦੇ ਨਾਲ ਵੇਖ, ਸਭ ਦੇ ਅੰਦਰ ਰੱਬ ਨਜ਼ਰ ਆਏਗਾ। ਫਿਰ ਚੇਤ ਰੱਖੀ, ਨਾ ਕੋਈ ਬੈਰੀ ਹੋਏਗਾ ਤੇ ਨਾ ਕੋਈ ਬੇਗਾਨਾ ਹੋਏਗਾ, ਸਭ ਆਪਣੇ ਹੋਣਗੇ। ਬਸ ਇਹੀ ਗੱਲ ਸੀ ਜਿਹੜੀ ਭਾਈ ਮੱਖਣ ਸ਼ਾਹ ਲਵਾਣਾ ਜੀ ਦੇ ਹਿਰਦੇ ਵਿੱਚ ਪਾ ਦਿੱਤੀ। ਇੱਥੋਂ ਗੁਰੂ ਤੇਗ ਬਹਾਦਰ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾਂਦੇ ਆ। ਆਨੰਦਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਦੀ ਧਰਤੀ ਸ਼ਹਾਦਤ, ਕਿਉਂਕਿ ਪੜਾਅ ਥੋੜਾ ਜਿਹਾ ਲੰਮਾ ਹੈ, ਕੱਲਾ ਕੱਲਾ ਵਿਚਾਰਨ ਵਾਲਾ। ਆਨੰਦਪੁਰ ਸਾਹਿਬ ਦੀ ਧਰਤੀ ਦਾ ਇਤਿਹਾਸ ਆਪਣਾ ਇਤਿਹਾਸ ਹੈ ਜੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਜੁੜਿਆ, ਤੇ ਉਸ ਤੋਂ ਬਾਅਦ ਦਿੱਲੀ ਦੀ ਧਰਤੀ ਦਾ ਆਪਣਾ ਇਤਿਹਾਸ ਹੈ, ਤੇ ਦਿੱਲੀ ਤੋਂ ਫਿਰ ਆਨੰਦਪੁਰ ਸਾਹਿਬ ਜਾਣਾ ਉਹ ਆਪਣਾ ਇਤਿਹਾਸ ਹੈ। ਇਹ ਤਿੰਨ ਪੜਾਅ ਨੇ। ਕੋਸ਼ਿਸ਼ ਕਰਾਂਗੇ ਆਪਾਂ ਕੱਲ ਨੂੰ ਜਿਹੜਾ ਹੈ ਆਨੰਦਪੁਰ ਸਾਹਿਬ ਦਾ, ਉਸ ਤੋਂ ਬਾਅਦ ਜਿਹੜਾ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਜਾਣਾ ਹੈ। ਅਗਲੀ ਕੜੀ ਜਿਹੜੀ ਹੈ ਆਪਾਂ ਫਿਰ ਦਿੱਲੀ ਦੀ ਧਰਤੀ ਦੀ, ਤੇ ਉਸ ਤੋਂ ਬਾਅਦ ਸਮਾਪਤੀ ਜਿਹੜੀ ਆਪਾਂ ਇਤਿਹਾਸ ਦੀ ਕਰਾਂਗੇ। ਇਹ ਤਿੰਨ ਪੜਾਅ ਵਾਚ ਕੇ ਕੱਲ ਨੂੰ ਆਪਾਂ ਆਨੰਦਪੁਰ ਸਾਹਿਬ ਦੀ ਧਰਤੀ ਦਾ ਇਤਿਹਾਸ ਵਾਚਾਂਗੇ। ਕਿਸ ਤਰ੍ਹਾਂ ਸਤਿਗੁਰੂ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ, ਕੀ ਕੁਝ ਸਤਿਗੁਰੂ ਜੀ ਨੇ ਉੱਥੇ ਕੀਤਾ ਤੇ ਕੀ ਕੁਝ ਹੋਇਆ। ਸੋ ਸਤਿਗੁਰ ਦਾਤਾ ਕਿਰਪਾ ਕਰੇ। ਬੋਲਦਿਆਂ ਪਾਸੋਂ ਨੇਕਾਂ ਭੁੱਲਾਂ ਗਲਤੀਆਂ ਹੋ ਜਾਂਦੇ ਨੇ। ਇੱਕ ਬੇਨਤੀ ਕਰਦਾ ਆਪ ਜੀ ਦੇ ਚਰਨਾਂ 'ਚ, ਇਤਿਹਾਸ ਦਾ ਹਰੇਕ ਪੱਖ ਮੈਂ ਤੁਹਾਡੇ ਨਾਲ ਸਾਂਝਾ ਕਰਨਾ। ਜਿੱਥੇ ਜਿੱਥੇ ਲਿਖਿਆ, ਜਿਸ ਕਿਸੇ ਨੇ ਲਿਖਿਆ, ਜਿਸ ਤਰ੍ਹਾਂ ਲਿਖਿਆ, ਉਹ ਸਾਰਾ ਆਪਣੇ ਵੱਲੋਂ ਕੁਝ ਨਹੀਂ ਜੇ ਹੁੰਦਾ, ਕਿਉਂਕਿ ਜੋ ਪੜ੍ਹਿਆ, ਜੋ ਸਮਝਿਆ, ਉਹੀ ਤੁਹਾਡੇ ਅੱਗੇ ਰੱਖਿਆ। ਹਾਂ, ਉਹਦੇ ਵਿੱਚ ਕੁਝ ਵੀ ਇਹੋ ਜਿਹੀ ਤੁਹਾਨੂੰ ਗੱਲ ਲੱਗਦੀ ਹੈ, ਜਿੱਥੇ ਮਰਜ਼ੀ ਤੁਸੀਂ ਮੈਨੂੰ ਖਿਲਾਰ ਕੇ, ਜਿੱਥੇ ਮਰਜ਼ੀ ਬਿਠਾ ਕੇ ਕੋਈ ਵੀ ਗੱਲ ਪੁੱਛੋ ਤੇ ਮੈਂ ਤੁਹਾਡੇ ਗੱਲ ਦਾ ਜਵਾਬ ਦੇਣ ਹਾਰ ਹਾਂ ਜੀ। ਸੰਗਤ ਬਖਸ਼ਣਹਾਰ ਹੈ, ਸਤਿਗੁਰੂ ਜੀ ਬਖਸ਼ਣਹਾਰ ਹੈ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।